ਮੇਰੇ ਪਿੰਡ ਦੇ ਇਸ਼ਟ। ਮੇਰੇ ਪਿੰਡ ਦੇ ਇਸ਼ਟ, ਕੁਝ ਅੰਨ ਦੇ, ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਮੇਰੇ ਪਿੰਡ ਦੇ ਲੋਕਾਂ ਦੇ ਕਈ ਛੋਟੇ ਵੱਡੇ ਇਸ਼ਟ ਹਨ। ਸਾਰੇ ਪਿੰਡ ਦਾ ਸਮੇਤ ਮੁਸਲਮਾਨਾਂ ਦੇ ਵੱਡੇ ਪੂਜਨੀਕ ਸਥਾਨ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਹੈ। ਹਰ ਕੋਤ ਦੇ ਘਰਾਂ ਦੇ ਆਪੋ ਆਪਣੇ ਵੱਡੇ ਵਡੇਰਿਆਂ ਦੀਆਂ ਵੱਖੋ ਵੱਖਰੀਆਂ ਸਮਾਧਾਂ ਤੇ ਮੜੀਆਂ ਹਨ। ਹਰ ਗਲੀ ਸਾਹਮਣੇ ਲੱਗਿਆ ਖੂਹ, ਖਵਾਜਾ ਪੀਰ ਦੇ ਹਰ ਮਹੱਲੇ ਖੜਾ ਪਿੱਪਲ, ਬ੍ਰਹਮਾ ਦਾ ਅਵਤਾਰ ਤੇ ਹਰ ਘਰ ਵਿੱਚ ਗਊ। ਇਸ ਤਰ੍ਹਾਂ ਦਾ ਘਰੋਗੀ ਇਸ਼ਟ ਹੈ। ਗੱਲ ਕੀ ਖੂਹ, ਪਿੱਪਲ, ਗਊਆਂ, ਟੋਏ, ਟਿੱਬੇ, ਛੱਪੜੀਆਂ ਸਭੇ ਚੀਜ਼ਾਂ ਪੂਜਨੀਕ ਹਨ। ਕੁਝ ਘਰ ਚਿੱਲਣ ਵਾਲੇ ਟੋਬੇ ਉੱਤੇ ਬਣੀਆਂ ਹੋਈਆਂ ਮਾਤਾ ਰਾਣੀਆਂ ਦੀਆਂ ਮੜੀਆਂ ਦੀ ਹਰ ਚੜ੍ਹਦੇ ਮੰਗਲਵਾਰ ਪੂਜਾ ਕਰਦੇ ਹਨ। ਮੈਂ ਤੇ ਗਾਂ ਦਾ ਦੁੱਧ ਜਿਤਨਾ ਚਿਰ ਮਾਤਾ ਰਾਣੀ ਦੀ ਮਟੀ ਦੀ ਮਮਟੀ ਦੇ ਇਸ਼ਨਾਨ ਨਾ ਕਰ ਲੈਣ ਪਹਿਲਾਂ ਰਿੜਕਣ ਵਿੱਚ ਨਹੀਂ ਪਾਇਆ ਜਾਂਦਾ। ਪਿੰਡ ਵਿੱਚ ਕਿਸੇ ਜੀਅ ਦੇ ਖੂਨ ਦੀ ਖਰਾਬੀ ਨਾਲ ਕਿਸੇ ਤਰ੍ਹਾਂ ਦੇ ਫੋੜੇ, ਫਿੰਸੀਆਂ ਜਾਂ ਛਾਲੇ ਤੇ ਪਿਲਕਰੇ ਨਿਕਲ ਆਉਣ, ਉਸ ਨੂੰ ਧੱਕੇ ਨਾਲ ਮਾਤਾ ਰਾਣੀ ਦੀ ਆਮਦ ਬਣਾ ਦਿੱਤਾ ਜਾਂਦਾ ਹੈ। ਫਿਰ ਪਿੰਡ ਦੀਆਂ 70-72 ਬੁੜੀਆਂ ਆਪਣੇ ਬੋੜੇ ਮੂੰਹਾਂ ਅਤੇ ਚੁੰਨੀਆਂ ਅੱਖਾਂ ਨਾਲ ਮਾਤਾ ਦੀਆਂ ਕਿਸਮਾਂ ਲੱਭਣ ਲਈ ਪੂਰੇ ਜੌਹਰ ਦਿਖਾਲਦੀਆਂ ਹਨ। ਹੱਥ ਉੱਤੇ ਹੱਥ ਮਾਰ ਕੇ, ਠੋਸਾ ਦਿਖਾ ਦਿਖਾ ਕੇ ਇੱਕ ਦੂਜੀ ਉੱਤੇ ਆਪਣੀ ਅਕਲ ਦਾ ਰੋਹਬ ਜਮਾਉਂਦੀਆਂ ਖੂਬ ਸਿਆਣਪਾਂ ਘੋਟਦੀਆਂ ਹਨ। ਇੱਕ ਸਿਆਣੀ ਆਖ ਰਹੀ ਹੁੰਦੀ ਹੈ, ਇਹ ਵਿਉ ਮਾਤਾ ਹੈ। ਦੂਜੀ ਕਹੇਗੀ, ਨੀ ਨਹੀਂ, ਇਹ ਕੁਆਰੀ ਮਾਤਾ ਹੈ। ਨਹੀਂ ਨੀ ਨਹੀਂ, ਇਹ ਤਾਂ ਦਾਣੇਦਾਰ ਮਾਤਾ ਹੈ। ਨਾ ਭਾਈ, ਇਹ ਤਾਂ ਵਿਚਾਰੀ ਜਲ ਮਾਤਾ ਹੈ। ਫੁੱਲ ਮਾਤਾ, ਵੱਡੀ ਮਾਤਾ, ਛੋਟੀ ਮਾਤਾ, ਅੰਨੀ ਮਾਤਾ, ਪਾਣੀ ਝਾਰਾ, ਖਸਰਾ ਵਗੈਰਾ ਦੀਆਂ ਕਈ ਹੋਰ ਕਿਸਮਾਂ ਦੀਆਂ ਬਰੀਕੀਆਂ ਸਮਝਾ ਕੇ ਘਰ ਦੇ ਇੱਕ ਦੋ ਜੀਆਂ ਨੂੰ ਯਕੀਨ ਕਰਾ ਦਿੱਤਾ ਜਾਂਦਾ ਹੈ ਕਿ ਘਰੇ ਮਾਤਾ ਰਾਣੀ ਦੀ ਆਮਦ ਹੈ। ਫਿਰ ਉਸ ਦੇ ਸਵਾਗਤ ਲਈ ਯਤਨ ਸ਼ੁਰੂ ਹੋ ਜਾਂਦੇ ਹਨ। ਮਰੀਜ਼ ਨੂੰ ਅੰਦਰਲੇ ਨੀਰੇ ਵਾਲੇ ਕੋਠੇ ਵਿੱਚ ਡੱਕ ਦਿੱਤਾ ਜਾਂਦਾ ਹੈ। ਘਰ ਦੇ ਸਰਕੜੇ ਦੇ ਤੀਲੇ ਪਾ ਬਣਾਏ ਗੋਲ ਰੋਸ਼ਨਦਾਨਾਂ ਤੇ ਮੋਰੀਆਂ ਵਿੱਚ ਲੀਰਾਂ ਤੁੰਨ ਦਿੱਤੀਆਂ ਜਾਂਦੀਆਂ ਹਨ। ਵਿਰਲਾਂ ਵਾਲੇ ਤਖਤਿਆਂ ਵਿੱਚ ਗਿੱਲਾ ਗੋਹਾ ਭਰ ਕੇ ਰੌਸ਼ਨੀ ਤੇ ਹਵਾ ਬੰਦ ਕਰ ਦਿੱਤੀ ਜਾਂਦੀ ਹੈ। ਅਖੇ ਜੇ ਇਸ ਤਰ੍ਹਾਂ ਨਾ ਕੀਤਾ ਤਾਂ ਮਾਤਾ ਰਾਣੀ ਨੂੰ ਚਲਕੋਰ ਲੱਗ ਜਾਵੇਗੀ। ਇਹਨਾਂ ਦਿਨਾਂ ਵਿੱਚ ਜੇ ਕਿਧਰੇ ਮੀਂਹ ਪੈਣ ਲੱਗ ਜਾਵੇ, ਬਿਜਲੀ ਕੜਕਦੀ ਹੋਵੇ, ਤਾਂ ਸਾਰਾ ਟੱਬਰ ਆਹਣ ਉਡਾਣ ਵਾਲਿਆਂ ਵਾਂਗ ਜੰਗੀ ਤਰੀਕੇ ਨਾਲ ਡਟ ਕੇ ਹੱਲਾ ਬੋਲ ਦਿੰਦਾ ਹੈ। ਬੁੜੀਆਂ ਝੱਟ ਚੱਕੀ ਚੋ ਲੈਂਦੀਆਂ। ਆਦਮੀ ਤੇ ਬੱਚੇ, ਬੁੱਢੇ ਕੋਈ ਡੱਬਾ, ਕੋਈ ਪੀਪਾ ਤੇ ਕੋਈ ਘਰ ਦੇ ਹੋਰ ਭਾਂਡੇ, ਬਾਟੀਆਂ ਤੇ ਕਾਂਸੀ ਦੀਆਂ ਥਾਲੀਆਂ ਨੂੰ ਵੱਟਿਆਂ ਦੇ ਲੋਹੇ ਦੀਆਂ ਸਰੀਆਂ, ਜੇ ਹੋਰ ਕੁਝ ਨਾ ਮਿਲੇ ਤਾਂ ਖੁਰਚਣਿਆਂ ਚਿਮਟਿਆਂ ਨਾਲ ਹੀ ਖੜਕਾ ਕਰਨ ਲੱਗ ਜਾਂਦੇ ਹਨ। ਇਹ ਸਾਰਾ ਪਸਾਰਾ ਤੇ ਸ਼ੋਰ ਸ਼ਰਾਬਾ ਇਸ ਲਈ ਕੀਤਾ ਜਾਂਦਾ ਹੈ ਕਿ ਬਿਜਲੀ ਦੀ ਕੜਕ ਤੇ ਬੱਦਲ ਦੀ ਗਰਜ ਜੇ ਕਿਧਰੇ ਮਾਤਾ ਰਾਣੀ ਨੂੰ ਸੁਣ ਗਈ ਤਾਂ ਬਿਮਾਰ ਦੇ ਛਲ ਪੈ ਜਾਵੇਗਾ ਤੇ ਨਾਲੇ ਮਾਤਾ ਰਾਣੀ ਵਿਚਰ ਭਾ ਵਿਗੜ ਜਾਵੇਗੀ। ਫਿਰ ਮਾਤਾ ਰਾਣੀ ਨੇ ਟੱਬਰ ਦੇ ਜਿਸ ਜੀਅ ਦੇ ਨਿਕਲੀ ਹੈ ਉਸ ਦਾ ਅੱਧਾ ਅੰਗ ਭੰਗ ਕਰੇ ਬਿਨਾਂ ਤਾਂ ਬਿਲਕੁਲ ਹੀ ਨਹੀਂ ਜਾਣਾ। ਹੋਰ ਕਿਸੇ ਚੀਜ਼ ਨੂੰ ਘਰੋਂ ਕੱਢਣਾ ਹੋਵੇ ਤਾਂ ਆਨਿਆਂ ਬਹਾਨਿਆਂ ਨਾਲ ਤੰਗ ਕੀਤਾ ਜਾਂਦਾ ਹੈ। ਪਰ ਇਹ ਮਾਤਾ ਰਾਣੀ ਇੱਕ ਉਹ ਦੇਵੀ ਹੈ ਜਿਸ ਨੂੰ ਘਰੋਂ ਭੇਜਣ ਲਈ ਖੁਸ਼ ਰੱਖਿਆ ਜਾਂਦਾ ਹੈ ਨਾ ਭਾਣਾ ਮਿੱਠਾ ਮੰਨਣ ਦਾ ਕਮਾਲ। ਜੇ ਮਰੀਜ਼ ਬਿਨਾਂ ਹੀਮ ਕੀਮ ਤੋਂ ਨੌਬਰ 9 ਹੋ ਜਾਵੇ ਤਾਂ ਜਿਸ ਬੁੜੀ ਨੇ ਮਾਤਾ ਦੀ ਕਿਸਮ ਦੱਸੀ ਹੈ ਉਸ ਦੀ ਹਰ ਗਲੀ ਮੁਹੱਲੇ ਵਿੱਚ ਥਾਂ ਥਾਂ ਅਦਬ ਅਦਾਬ ਕੀਤਾ ਜਾਂਦਾ ਹੈ। ਜੇ ਮਰੀਜ਼ ਵਿੱਚ ਕੋਈ ਕੱਜ ਪੈ ਜਾਵੇ, ਅੰਗ ਭੰਗ ਹੋ ਜਾਵੇ ਤਾਂ ਦੂਜੀਆਂ ਬੁੜੀਆਂ ਆਖਣ ਲੱਗ ਜਾਂਦੀਆਂ ਹਨ, ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਬਈ ਇਹ ਵਿਉ ਮਾਤਾ ਹੈ। ਐਵੇਂ ਸੋਭੀ ਦੇ ਆਖੇ ਲੱਗ ਕੇ ਫੁੱਲ ਮਾਤਾ ਦਾ ਉਪਾਅ ਕਰਵਾਉਂਦੇ ਰਹੇ। ਵਿਚਾਰੀ ਕੁਆਰੀ ਮਾਤਾ, ਵਿਉ ਮਾਤਾ ਨੂੰ ਅਣਵਿਆਹੀ ਕਿਹਾ ਜਾਂਦਾ ਹੈ, ਨੂੰ ਐਵੇਂ ਛੇੜ ਬੈਠੇ ਜੇ ਉਹ ਖਿੱਚ ਕੇ ਗੁੱਸਾ ਨਾ ਕਰਦੀ। ਅੱਜ ਕੱਲ੍ਹ ਤਾਂ ਹਰੇਕ ਬੁੜੀ ਸਿਆਣੀ ਬਣੀ ਫਿਰਦੀ ਹੈ। ਮਾਤਾ ਨਿਕਲੀ ਵਾਲੇ ਮਰੀਜ਼ ਬਾਰੇ ਦਵਾਈ ਬੂਟੀ ਦੀ ਗੱਲ ਕਰਨੀ ਵੀ ਪਾਪ ਸਮਝਿਆ ਜਾਂਦਾ ਹੈ। ਜੇ ਕਿਸੇ ਦੇ ਮਾਤਾ ਨਿਕਲਣ ਦਾ ਸ਼ੱਕ ਵੀ ਪੈ ਜਾਵੇ, ਭਾਵੇਂ ਤਾਪ ਹੀ ਚੜ੍ਹ ਰਿਹਾ ਹੋਵੇ, ਤਾਂ ਅਜਿਹੇ ਮਰੀਜ਼ ਨੂੰ ਡਾਕਟਰ ਜਾਂ ਵੈਦ ਨੂੰ ਦਿਖਾਉਣਾ ਬੁਰਾ ਮੰਨਿਆ ਜਾਂਦਾ ਹੈ। ਅਖੇ ਫਿਰ ਮਾਤਾ ਰਾਣੀ ਅਤੇ ਉਸ ਦੀਆਂ ਸਾਥਣਾਂ ਦੁਖੀ ਹੋ ਜਾਂਦੀਆਂ ਹਨ।
ਇਹ ਤਾਂ ਅੱਜ ਭਲਕ ਮਾਤਾ ਰਾਣੀ ਦਾ ਖੋਤੜਾ ਬਣਨ ਵਾਲਾ ਹੈ। ਐਵੇਂ ਡਾਕਟਰਾਂ ਹਕੀਮਾਂ ਦੇ ਕਾਹਨੂੰ ਘਸੀਟੀ ਫਿਰੀਏ। ਅਖੇ ਨਾਲੇ ਮਾਤਾ ਨਿਕਲਣ ਵੇਲੇ ਕੋਈ ਦਵਾ ਦਾਰੂ ਕਰਨਾ ਮਾੜਾ ਹੁੰਦਾ ਹੈ। ਤਾਪ ਲੰਮਾ ਹੁੰਦਾ ਹੈ ਜਾਵੇ, ਮਰੀਜ਼ ਮਰ ਜਾਵੇ, ਕੋਈ ਪਰਵਾਹ ਨਹੀਂ, ਪਰ ਮਾਤਾ ਰਾਣੀ ਨੂੰ ਗੁੱਸੇ ਨਹੀਂ ਹੋਣ ਦਿੱਤਾ ਜਾਂਦਾ। ਜਿਸ ਜੀ ਦੇ ਮਾਤਾ ਨਿਕਲੀ ਹੋਵੇ, ਬੁੱਢਾ ਹੋਵੇ ਜਾਂ ਇਆਣਾ, ਮਰਦ ਹੋਵੇ ਜਾਂ ਜਨਾਨੀ, ਉਸ ਨੂੰ ਮਾਤਾ ਰਾਣੀ ਦੇ ਖੋਤੜੇ ਦੀ ਭਾਰਤ ਭੂਸ਼ਣ ਦੀ ਉਪਾਧੀ ਨਾਲ ਭੂਸ਼ਿਤ ਕੀਤਾ ਜਾਂਦਾ ਹੈ। ਅਖੇ ਮਾਤਾ ਰਾਣੀ ਖੋਤੇ ਦੀ ਸਵਾਰੀ ਕਰਦੀ ਹੈ, ਇਸ ਲਈ ਉਸ ਨੂੰ ਇਹੋ ਨਾਮ ਪਿਆਰਾ ਲੱਗਦਾ ਹੈ। ਜਿਸ ਜੀ ਦੇ ਨਿਕਲੀ ਹੋਵੇ, ਜੇ ਉਸ ਨੂੰ ਮਾਤਾ ਰਾਣੀ ਦਾ ਖੋਤਾ ਹੋਰ ਲਾਡ ਨਾਲ ਖੋਤੜਾ ਕਿਹਾ ਜਾਵੇ ਤਾਂ ਉਹ ਛੇਤੀ ਖੁਸ਼ ਹੋ ਕੇ ਉਸ ਦੇ ਹੱਡ ਛੱਡ ਜਾਂਦੀ ਹੈ। ਜੇ ਉਸ ਵੇਲੇ ਕੋਈ ਟੱਬਰ ਦੇ ਜੀਆਂ ਵਿੱਚੋਂ ਮਰੀਜ਼ ਦਾ ਹਾਲ ਚਾਲ ਪੁੱਛੇ ਤਾਂ ਜਿਵੇਂ ਬਹੂਆਂ ਦਾ ਜੇਠ ਨਾਂ ਨਹੀਂ ਲੈਂਦੀਆਂ, ਉਸੇ ਤਰ੍ਹਾਂ ਮਾਤਾ ਦੇ ਨਾਂ ਲੈ ਕੇ ਜ਼ਿਕਰ ਨਹੀਂ ਕੀਤਾ ਜਾਂਦਾ। ਬਸ ਵਿਚਾਰੀ ਜਾਣ ਵਾਲੀ ਹੈ, ਹੁਣ ਤਾਂ ਘੁੰਗਰੂਆਂ ਵਾਂਗ ਭਰੀ ਪਈ ਹੈ। ਭਾਵੇਂ ਮਰੀਜ਼ ਲੇਰਾ ਮਾਰਦਾ ਹੋਵੇ, ਘਰ ਦੇ ਮਾਤਾ ਰਾਣੀ ਦੇ ਗੁੱਸੇ ਤੋਂ ਡਰਦੇ ਇਹੀ ਕਹਿਣਗੇ, ਵਿਚਾਰੀ ਨੇ ਪੰਗ ਦੀ ਨਹੀਂ ਲਾਈ, ਹੱਸਦੀ ਖੇਡਦੀ ਆਈ ਹੈ, ਹੱਸਦੀ ਖੇਡਦੀ ਜਾ ਰਹੀ ਹੈ। ਮਾਤਾ ਦੇ ਮੁੜ ਜਾਣ ਤੋਂ ਜਦੋਂ ਛਾਲੇ ਤੇ ਪਿਲਕਰੇ ਜਿਹੇ ਫਿਸ ਜਾਂਦੇ ਹਨ, ਮਾਤਾ ਰਾਣੀ ਦਾ ਥਾਨ ਅਰਥਾਤ ਚੜਾਵਾ ਦਿੱਤਾ ਜਾਂਦਾ ਹੈ। ਸਰੋਂ ਦੇ ਤੇਲ ਵਿੱਚ ਗੁੜ ਦੇ ਮਿੱਠੇ ਗੁਲਗੁਲੇ ਪਕਾਏ ਜਾਂਦੇ ਹਨ। ਤੇਲ ਪੂਰਨ ਵੇਲੇ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਕਿਧਰੇ ਪਹਿਲ ਪਲੇਠੀ ਦਾ ਕੋਈ ਜੀ ਇਸ ਵੇਲੇ ਨਾ ਆ ਜਾਵੇ। ਘਰ ਦੇ ਜੇਠੇ ਪੁੱਤ ਧੀ ਘਰੋਂ ਕੱਢ ਦਿੱਤੇ ਜਾਂਦੇ ਹਨ। ਟੱਬਰ ਜਾਂ ਆਂਢ ਗੁਆਂਢ ਤੋਂ ਕਿਸੇ ਭਾਗ ਵਾਲੇ ਜੀ, ਖਾਸ ਕਰਕੇ ਛੋਟੇ ਤੇ ਅਣਭੋਲ ਬੱਚਿਆਂ ਵਿੱਚੋਂ ਇੱਕ ਨੂੰ ਖੜਾ ਕੀਤਾ ਜਾਂਦਾ ਹੈ। ਬਾਕੀ ਸਾਰੇ ਹੁਕਮਨ ਬਿਠਾ ਦਿੱਤੇ ਜਾਂਦੇ ਹਨ ਤਾਂ ਜੋ ਪੈੜਾ ਚੰਗਾ ਆ ਜਾਵੇ। ਜਿੰਨਾ ਚਿਰ ਮਾਤਾ ਨਿਕਲਣ ਵਾਲੇ ਜੀ ਨੂੰ ਨਾਲ ਲੈ ਕੇ ਮਾਤਾ ਰਾਣੀ ਦੀ ਮਟੀਲੀ ਉੱਤੇ ਗੁਲਗੁਲੇ ਚੜਾ ਕੇ ਗਧੇ ਨੂੰ ਭੋਗ ਨਹੀਂ ਲਵਾਇਆ ਜਾਂਦਾ, ਉਹਨਾਂ ਚਿਰ ਟੱਬਰ ਦਾ ਕੋਈ ਵੀ ਜੀ ਇਹਨਾਂ ਨੂੰ ਝੂਠੇ ਨਹੀਂ ਕਰਦਾ। ਮਾਤਾ ਰਾਣੀ ਦਾ ਡਰ ਕਿਤੇ ਮਾੜੀ ਮੋਟੀ ਚੀਜ਼ ਹੈ, ਵਿਚਾਰੀ ਭਲੀ ਹੀ ਕਰੇ, ਆ ਕੇ ਭੋਗ ਲਾਇਆ ਜਾਂਦਾ ਹੈ। ਪਾਣੀ ਝਾਰੇ ਤੇ ਖਸਰਾ ਹਟਾਉਣ ਲਈ ਹਥੌਲੇ ਕਰਾਏ ਜਾਂਦੇ ਹਨ। ਇੱਕ 40 ਰੋਜ਼ਾ ਹੈ, ਇੱਕ 50 ਰੋਜ਼ਾ ਹੈ। ਦੱਸ ਕੇ ਜੰਤਰ ਮੰਤਰ ਕਰਨ ਵਾਲਾ ਸਿਆਣਾ ਗਾਰੜੂ ਘਰਦਿਆਂ ਨੂੰ ਪਰਚਾਈ ਰੱਖਦਾ ਹੈ। ਪਿੰਡ ਵਿੱਚ ਕੋਈ ਜੀ ਡੌਰ ਭੌਰ ਜਿਹਾ ਹੋ ਜਾਵੇ, ਕੋਈ ਡੇਰਿਓਂ ਜਾਂ ਗੁਰਦੁਆਰਿਓਂ ਵੱਧ ਸੁੱਖਾ ਪੀ ਕੇ ਅਟਕਲ ਪੱਚੂ ਗੱਲਾਂ ਕਰ ਬੈਠੇ, ਵਧੇਰੇ ਗਰਮੀ ਖੁਸ਼ਕੀ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਦੇ ਤਾਪ ਚੜ੍ਹਨ ਨਾਲ ਕੋਈ ਬਰੜਾਉਣ ਲੱਗ ਜਾਵੇ, ਬਿਨਾਂ ਕਿਸੇ ਦੇਖ ਰੇਖ ਦੇ ਹੀ ਸਾਰੇ ਪਿੰਡ ਵਿੱਚ ਧੁੰਮ ਪੈ ਜਾਂਦੀ ਹੈ। ਉਸ ਨੂੰ ਤਾਂ ਭਾਈ ਛਾਇਆ ਹੋ ਗਈ ਹੈ। ਜਿਹੜੀ ਝਿੜੀ ਵਾਲੇ ਟੋਬੇ ਤੇ ਪਿੱਪਲ ਉੱਤੇ ਭੂਤ ਰਹਿੰਦੀ ਹੈ ਨਾ, ਇਸ ਵਿੱਚ ਤਾਂ ਉਹ ਵੜ ਗਈ ਹੈ। ਜ਼ਰੂਰ ਕੋਈ ਤਕੜੀ ਪਾਉਣ ਆਈ ਹੈ, ਨਹੀਂ ਤਾਂ ਇਹ ਮਾੜੀ ਮੋਟੀ ਚੀਜ਼ ਨੂੰ ਉਹੀ ਵਿਦਣ ਵਾਲਾ ਨਹੀਂ। ਕੋਈ ਆਖਦੀ ਹੈ, ਉਹ ਜੋ ਤਕੀਏ ਵਾਲਾ ਕਰੜਾ ਥਾਂ ਹੈ, ਇੱਥੋਂ ਦੀ ਬਹੁ ਪਨੀਤ ਲੰਘ ਗਿਆ ਹੋਣਾ, ਜ਼ਰੂਰ ਉੱਥੋਂ ਹੀ ਕੁਝ ਪੈ ਲੱਗਿਆ ਹੋਵੇਗਾ। ਨਹੀਂ ਭਾਈ, ਇਹ ਬਲਾ ਤਾਂ ਸਾਦਾ ਵਾਲੇ ਖੂਹ ਤੋਂ ਚਿੰਬੜੀ ਹੋਣੀ ਹੈ। ਜਨਾਨੀਆਂ ਦੀ ਖਿਆਲ ਉਡਾਰੀ ਇਸ ਤੋਂ ਵੱਖਰੀ ਹੁੰਦੀ ਹੈ। ਇੱਕ ਕਹਿੰਦੀ ਹੈ, ਉਹ ਜਿਹੜੀ ਸੀ ਨਾ ਗਿੱਲਾਂ ਦੀ ਬਹੂ, ਉਹ ਸ਼ਿਲੇ ਵਿੱਚ ਕਚੀਲ ਮਰ ਗਈ ਸੀ। ਮੈਂ ਕਹਿੰਦੀ ਹਾਂ, ਇਸ ਵਿੱਚ ਉਹ ਆਈ ਹੋਵੇਗੀ। ਦੂਜੀ ਆਖਦੀ, ਨਹੀਂ, ਤੈਨੂੰ ਨਹੀਂ ਪਤਾ, ਇਸ ਵਿੱਚ ਤਾਂ ਇਹਦੀ ਲੌਂਗੋਵਾਲ ਵਾਲੀ ਭਤੀਸ ਆਈ ਹੋਣੀ ਹੈ। ਉਹ ਇਸ ਨਾਲ ਬੜਾ ਮੋਹ ਰੱਖਦੀ ਸੀ। ਬਾਹਲਾ ਮੋਹ ਵੀ ਐਵੇਂ ਜਾਣ ਦੀ ਖੌਫ ਹੁੰਦਾ ਹੈ ਭੈਣੇ। ਭਾਈ ਵੱਡੇ ਵਡੇਰਿਆਂ ਨੇ ਤਾਂ ਆਪਣੀ ਮੰਨਤ ਕਰਾਉਣੀ ਹੋਈ, ਇਹ ਵੀ ਮੰਨਦੇ ਨਹੀਂ ਸੀ। ਦੇਖੋ ਕਿਵੇਂ ਸਾਰਾ ਟੱਬਰ ਸਿਆਣਿਆਂ ਮਗਰ ਭੱਜਿਆ ਫਿਰਦਾ ਹੈ। ਆਦਿਕ ਆਵਾਜ਼ੇ ਕੱਸੇ ਜਾਂਦੇ ਹਨ। ਨਹੀਂ, ਇਹ ਤਾਂ ਇਸਦੇ ਸਹੁਰਿਆਂ ਨੇ ਜਿਹੜੀ ਸਿੱਟ ਸੁੱਟੀ ਹੈ। ਪਰਸੋਂ ਰਾਤ ਨੂੰ ਮੈਂ ਕੋਠੇ ਤੇ ਚੜੀ ਤਾਂ ਉੱਤੋਂ ਦੀ ਛਾਂ ਕਰਦੀ ਜਾਂਦੀ ਵੇਖੀ ਸੀ। ਬਿਮਾਰ ਨੂੰ ਦਵਾ ਦਾਰੂ ਦੇਣ ਦੀ ਥਾਂ ਝਾੜਾ ਕਰਨ ਵਾਲੇ ਸਾਈਂ, ਝੋਰ ਜਾਂ ਭਰਾਈ ਆਦਿ ਸਿਆਣੇ ਲਿਆ ਕੇ ਤੇ ਗੁੱਗਲ ਤੇ ਗੰਦ ਦੀਆਂ ਧੂਣੀਆਂ ਦੀਆਂ ਮਹਿਕਾਂ ਨਾਲ ਵਾਯੂਮੰਡਲ ਸੁਗੰਧਿਤ ਜਾਂ ਦੁਰਗੰਧਿਤ ਕੀਤਾ ਜਾਂਦਾ ਹੈ। ਚਿਮਟਾ ਖੁਰਚਣਾ, ਪੁੱਠਾ ਰੜਕਾ ਜਾਂ ਸੂਣ ਫੜ ਕੇ ਸਿਆਣੇ ਭਗਤ ਫਰਰ ਬੁੱਲ ਹਿਲਾਉਂਦੇ, ਮੰਤਰਾਂ ਦਾ ਜਾਪ ਕਰਕੇ, ਲੰਮੀਆਂ ਫੂਕਾਂ ਮਾਰ ਕੇ
ਮਰੀਜ਼ ਤੋਂ ਛਾਇਆ ਦੂਰ ਕਰਦੇ ਹਨ। ਕਾਲਾ ਬੱਕਰਾ ਜਾਂ ਕੁੱਕੜ ਵੱਢ ਕੇ ਇਸ ਬਲਾ ਨੂੰ ਚੜਾਇਆ ਜਾਂਦਾ ਹੈ। ਲਾਲ ਖੰਮਣੀਆਂ ਬੰਨ੍ਹ ਕੇ ਕੋਰਾ ਤਪਲਾ ਸਤਨਾਜੇ ਨਾਲ ਭਰ ਕੇ ਪਿੰਡ ਦੇ ਚੁਰਸਤੇ ਵਿੱਚ ਭੰਨਣਾ। ਜੇ ਜਨਾਨੀ ਵਿੱਚ ਭੂਤ ਆਇਆ ਹੋਵੇ ਤਾਂ ਤਨ ਦੇ ਕੱਪੜੇ ਉੱਥੇ ਨਹਾ ਕੇ ਸੁੱਟ ਆਉਣੇ ਵੱਡੇ ਉਪਾਅ ਸਮਝੇ ਜਾਂਦੇ ਹਨ। ਜੀ ਰੁੱਧਿਆ ਹੋਇਆ ਹੈ, ਉਪਾਅ ਹੋ ਗਿਆ ਹੈ, 1-2 ਦਿਨਾਂ ਵਿੱਚ ਠੀਕ ਹੋ ਜਾਏਗਾ। ਵੱਡੇ ਵਡੇਰਿਆਂ ਨੇ ਕਿਸੇ ਬਹਾਨੇ ਆਪਣੀ ਮੰਨਤ ਕਰਾਉਣੀ ਹੁੰਦੀ ਹੈ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਹਰ ਸਿਆਣਾ ਜਾਣਦਾ ਹੋਇਆ ਟੱਬਰ ਦੇ 1-2 ਮੋਹਰੀ ਬੰਦਿਆਂ ਨੂੰ ਸੱਦ ਕੇ ਸਮਝੌਤੀਆਂ ਦੇ ਜਾਂਦਾ ਹੈ। ਜੀ ਅਸੀਂ ਕਿਹੜਾ ਕਿਸੇ ਗੱਲੋਂ ਨਾਬਰ ਹਾਂ, ਹਰ 10ਵੀਂ ਨੂੰ ਨਹਾਉਂਦੇ ਖਵਾਉਂਦੇ ਹਾਂ। ਬੋਹਲ ਵਿੱਚ ਪਹਿਲਾ ਹਿੱਸਾ ਵੱਡੇ ਵਡੇਰਿਆਂ ਦਾ ਕੱਢਦੇ ਹਾਂ। ਦੀਵਾਲੀ ਨੂੰ ਸਿਵਿਆਂ ਤੇ ਚਿਰਾਗ ਜਗਾ ਕੇ ਆਉਂਦੇ ਹਾਂ। ਵੀਰਵਾਰ ਨੂੰ ਤਕੀਏ ਚੂਰਮਾ ਚੜਾਉਂਦੇ ਹਾਂ। ਖਬਰੇ ਸਾਡੇ ਉੱਤੇ ਵਿਚਾਰੇ ਕਿਉਂ ਕਰੋਪ ਹੋ ਗਏ ਨੇ, ਕੀ ਪਤਾ ਸਾਡੇ ਕਿਹੜੇ ਜੀ ਤੋਂ ਭੁੱਲ ਹੋ ਗਈ ਹੈ। ਨਹੀਂ ਤਾਂ ਇਹ ਵਡੇਰੇ ਅੱਗੇ ਕਿਉਂ ਨਾ ਕਰੋਪੀ ਦੇ ਘਰ ਆ ਗਏ। ਇਹਨਾਂ ਦਾ ਕਿਹੜਾ ਆਪਣੇ ਟੱਬਰ ਦੇ ਜੀਆਂ ਨੂੰ ਦੁੱਖ ਦੇਣ ਨੂੰ ਜੀ ਕਰਦਾ ਹੈ। ਘਰ ਦੇ ਅੱਗੋਂ ਸਾਰੇ ਹਾਲਾਤ ਉੱਤੇ ਨਜ਼ਰਸਾਨੀ ਕਰਕੇ ਬਿਨਾਂ ਆਪਣੇ ਸਭ ਨੂੰ ਨਿਰਦੋਸ਼ ਕਰਾਰ ਦਿੰਦੇ ਰਹਿੰਦੇ ਹਨ। ਕਈ ਵਾਰ ਮਰੀਜ਼ ਨੂੰ ਲੋਹੇ ਦੀਆਂ ਛੜੀਆਂ ਨਾਲ ਝੰਬਿਆਂ ਤੇ ਲਪਟਾਂ ਨਾਲ ਕੁੱਟਿਆ ਜਾਂਦਾ ਹੈ। ਅਖੇ ਭੂਤ ਕਰੜਾ ਹੈ, ਜਿਤਨਾ ਚਿਰ ਇਉਂ ਨਾ ਕੀਤਾ ਜਾਵੇ ਇਸਨੇ ਜੀ ਦਾ ਖਹਿੜਾ ਨਹੀਂ ਛੱਡਣਾ। ਮੇਰੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਸੰਘਣੇ ਬਰੋਟਿਆਂ ਵਾਲਾ ਜ਼ਕੀਆ ਹੈ, ਜਿਸ ਵਿੱਚ ਇੱਕ ਛੋਟੀ ਜਿਹੀ ਖਾਨਗਾਹ ਹੈ। ਇੱਥੇ ਜੁਮੇ ਰਾਤ ਨੂੰ ਮੁਸਲਮਾਨ ਨਿਵਾਜ਼ਾਂ ਪੜ੍ਹਦੇ ਤੇ ਬਾਂਗਾਂ ਦਿੰਦੇ ਹਨ। ਮੇਰਾ ਪਿੰਡ ਮਲੇਰਕੋਟਲੇ ਰਿਆਸਤ ਵਿੱਚ ਹੋਣ ਕਰਕੇ ਉੱਥੇ ਮੁਸਲਮਾਨ ਪਹਿਲਾਂ ਦੀ ਤਰ੍ਹਾਂ ਵਸਦੇ ਹਨ। 1947 ਦੇ ਘੱਲੂਕਾਰਿਆਂ ਦੇ ਸਮੇਂ ਇਹਨਾਂ ਨੂੰ ਕਿਸੇ ਨੇ ਇਸ ਲਈ ਕੁਝ ਨਹੀਂ ਸੀ ਕਿਹਾ। ਅੱਗੇ ਕੋਟਲੇ ਵਾਲੇ ਨਵਾਬ ਦੇ ਵੱਡੇ ਵਡੇਰਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਸ਼ਹੀਦ ਕਰਨ ਵੇਲੇ ਹਾਂ ਦਾ ਨਾਰਾ ਮਾਰਿਆ ਸੀ। ਪਿੰਡ ਦੇ ਕਈ ਹਿੰਦੂ ਘਰ ਵੀ ਵੀਰਵਾਰ ਵਾਲੇ ਦਿਨ ਤਕੀਏ ਚੂਰਮਾ ਚੜਾਉਂਦੇ ਹਨ। ਹਰ ਚੜ੍ਹਦੇ ਵਾਰ ਨੂੰ ਪਿੰਡ ਦਾ ਭਰਾਈ ਕੋਟਲੇ ਵਾਲੇ ਪੀਰ ਹੈਦਰ ਸ਼ੇਖ ਦਾ ਰੋਟ ਪਕਾਉਂਦਾ। ਰੋਟ ਲਈ 1.25 ਮਣ ਆਟਾ ਤੇ 1.25 ਮਣ ਗੁੜ ਦੀ ਦਰਗਾਹੀ ਰਸਤ ਤਿਆਰ ਕੀਤੀ ਜਾਂਦੀ ਹੈ। ਕਈ ਵਾਰ ਇਹ ਰਸਤ ਕਈ ਘਰ ਮਿਲ ਕੇ ਦਿੰਦੇ ਹਨ ਤੇ ਕਈ ਵਾਰ ਇਕੱਲਾ ਘਰ ਵੀ। ਰਸਤ ਤਿਆਰ ਕਰਨ ਪਿੱਛੋਂ ਪਾਥੀਆਂ ਦਾ ਇੱਕ ਖਾਸਾ ਵੱਡਾ ਗੁਹਾਰਾ ਧਰਤੀ ਦਾ ਥੱਲਾ ਪੱਧਰ ਕੇ ਚੂਨਾ ਬਣਾਉਣ ਵਾਲੀ ਭੱਠੀ ਦੀ ਤਰ੍ਹਾਂ ਮਘਾ ਦਿੱਤਾ ਜਾਂਦਾ ਹੈ। ਜਦੋਂ ਧਰਤੀ ਦਾ ਥੱਲਾ ਲੋਹਾਰ ਦੇ ਭਖਦੇ ਲੋਹੇ ਜਿਹਾ ਹੋ ਜਾਂਦਾ ਹੈ ਤਾਂ ਸਬਰ ਗੱਤੇ ਦੇ ਕਈਆਂ ਨਾਲ ਘਣੀ ਵਾਂਗ ਮਿੱਧ ਕੇ ਗੁੰਨੇ ਆਟੇ ਦਾ 4 ਉਂਗਲ ਮੋਟਾ ਥਰ ਜਮਾ ਕੇ ਪਾਥੀਆਂ ਦਾ ਗੁਹਾਰਾ ਉਸ ਉੱਤੇ ਮਘਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੱਕ ਦਿਨ ਤੇ ਇੱਕ ਰਾਤ ਵਿੱਚ ਰੱਥ ਦੇ ਪਹੀਏ ਜਿੱਡਾ ਲੰਮਾ ਚੌੜਾ ਤੇ 4 ਉਂਗਲ ਮੋਟਾ ਰੋਟ ਚਿਮਟਿਆਂ ਤੇ ਛੱਲਿਆਂ ਵਾਲੀਆਂ ਲੋਹੇ ਦੀਆਂ ਕੁੰਡਲੀਆਂ ਦੀ ਛਣਕਾਰ ਹੇਠਾਂ ਜੈ ਅਲੀ ਤੇ ਜੈ ਪੀਰ ਹੈਦਰ ਸ਼ੇਖ ਦੇ ਨਾਰਿਆਂ ਦੀ ਗੁੰਜਾਰ ਵਿੱਚ ਪੂਰਾ ਚੜ੍ਹਦਾ ਹੈ। ਹਾੜੀ ਵੱਢਣ ਵਾਲੀ ਦਾਤੀ ਵਿੱਚ ਗੁੜ ਉਲੱਦਣ ਵਾਲੇ ਖੋਚੇ ਤੇ ਕਈ ਵਾਰ ਕਈਆਂ ਨਾਲ ਪੱਕੇ ਹੋਏ ਰੋਟ ਦੇ ਟੁਕੜੇ ਕਰਕੇ ਪਿੰਡ ਦੇ ਹਰ ਘਰ ਬੁਰਕੀ ਭੇਜੀ ਜਾਂਦੀ ਹੈ। ਨਿਆਣਿਆਂ ਵਿੱਚ ਵੰਡਣ ਪਿੱਛੋਂ ਰਹਿੰਦਾ ਹਿੱਸਾ ਹੈਦਰ ਸ਼ੇਖ ਤੇ ਭਗਤਾਂ ਤੇ ਭਰਾਈ ਦੇ ਤਾਣੇ ਪੇਟੇ ਵਿੱਚ ਪੈ ਜਾਂਦਾ ਹੈ। ਜੇ ਇਸ ਰੋਟ ਲਈ ਅੰਨ ਤੇ ਗੁੜ ਖਰਾਬ ਕਰਨ ਦਾ ਕਿਸੇ ਇੱਕ ਘਰ ਨੇ ਹੌਸਲਾ ਕੀਤਾ ਹੋਵੇ ਤਾਂ ਉਸ ਘਰ ਸ਼ਰੀਕੇ ਕਬੀਲੇ ਦੇ ਲੋਕ ਬਾਟੀ ਦਾਣੇ ਭਰਾਈ ਨੂੰ ਚੜਾਵਾ ਚੜਾ ਕੇ ਜਾਂਦੇ ਹਨ। ਆਮ ਤੌਰ ਤੇ ਕੋਟਲੇ ਵਾਲੇ ਹੈਦਰ ਸ਼ੇਖ ਜੀ ਲੋਕਾਂ ਨੂੰ ਪੁੱਤ ਹੀ ਦਿੰਦੇ ਹਨ। ਜੇ ਕਿਸੇ ਦੇ ਧੀ ਜੰਮ ਪਵੇ ਤਾਂ ਸਮਝਿਆ ਜਾਂਦਾ ਹੈ ਕਿ ਪੂਰੀ ਤਰ੍ਹਾਂ ਰੱਖ ਨਾ ਰੱਖੇ ਜਾਣ ਕਰਕੇ ਦਾਤਾ ਖੁਸ਼ ਨਹੀਂ ਹੋਇਆ। ਜਿਸ ਦੀ ਸੁੱਖ ਪੂਰੀ ਹੋ ਜਾਵੇ, ਜਾਣੀ ਜਦੋਂ ਕਿਸੇ ਘਰ ਪੁੱਤ ਜੰਮ ਪਵੇ ਤਾਂ ਸਾਰਾ ਟੱਬਰ ਹੈਦਰ ਸ਼ੇਖ ਦੀ ਕਬਰ ਤੇ ਰਾਤ ਕੱਟਣ ਤੇ ਚੌਕੀ ਭਰਨ ਲਈ ਪੁੰਜੇ ਪੈਂਦੇ ਹਨ। ਉਂਝ ਤਾਂ ਹਰ ਚਾਨਣੀ ਇਕਾਦਸ਼ੀ ਨੂੰ ਹੀ, ਪਰ ਨਿਮਾਣੀ ਇਕਾਦਸ਼ੀ ਨੂੰ ਖਾਸ ਤੌਰ ਤੇ ਹੈਦਰ ਸ਼ੇਖ ਦੀ ਕਬਰ ਉੱਤੇ ਕੋਟਲੇ ਭਾਰੀ ਮੇਲਾ ਲੱਗਦਾ ਹੈ। ਇਹ ਨਜ਼ਾਰਾ ਦੇਖਣ ਨਾਲ ਹੀ ਸਬੰਧ ਰੱਖਦਾ ਹੈ ਕਿ ਕਿਵੇਂ ਹੈਦਰ ਸ਼ੇਖ ਦੇ ਭਗਤ ਨੰਗੇ ਪੈਰੀ ਮੈਂ ਕਰਦੇ ਕੁਰਬਾਨੀ ਦੇ ਕਾਲੇ ਬੱਕਰਿਆਂ ਨੂੰ ਬਲੀ ਚੜਾਉਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਭੇਟ ਕਰਨ ਲਈ ਧੂਹੀ ਫਿਰਦੇ ਚੜਾਵੇ ਚੜਾ ਕੇ ਪ੍ਰਸੰਨ ਹੋ ਰਹੇ ਹੁੰਦੇ ਹਨ। ਮੇਰੇ ਪਿੰਡ ਦੇ ਲੋਕਾਂ ਦਾ ਖਾਸਾ ਵੱਡਾ ਜਥਾ ਹਰ ਦੀਵਾਲੀ ਨੂੰ
ਮਰਿਆਂ ਜੀਆਂ ਦੀ ਗਤੀ ਲਈ ਪਹੋਏ ਵੀ ਨਹਾਉਣ ਜਾਂਦਾ ਹੈ। ਦੇਵੀਏ ਤੇਰੇ ਦਿਸਦੇ ਅਨੰਦਪੁਰ ਤੋਂ। ਗਾਉਂਦੇ ਨੈਣਾ ਦੇਵੀ ਦੇ ਭੌਣ ਭਾਵ ਮੰਦਰਾਂ ਦੇ ਦਰਸ਼ਨਾਂ ਨੂੰ ਵੀ ਕਈ ਭਗਤ ਜਾਂਦੇ ਹਨ। ਚੰਡੀਗੜ੍ਹ ਲਾਗੇ ਚੰਡੀ ਦੇ ਮੰਦਰ ਉੱਤੇ ਮਨਸਾ ਦੇਵੀ ਦਾ ਨਹਾਉਣ ਕਾਰਨ ਵੀ ਪਿੰਡ ਦੇ ਖਾਸੇ ਬੁੱਢੇ ਠੇਰੇ ਮਿੱਠੀਆਂ ਰੋਟੀਆਂ ਤੇ ਸਫਰ ਜੋਗੀ ਚੂਰੀ ਤੇ ਪੰਜੀਰੀ ਲੈ ਕੇ ਟੁਰਦੇ ਹਨ। ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਮਨਸਾ ਦੇਵੀ ਦਾ ਨਹਾਉਣ ਵਾਲਾ ਮੁਹਾਵਰਾ ਮੇਰੇ ਪਿੰਡ ਦੇ ਲੋਕ ਗੱਲਾਂ ਕਰਨ ਵਿੱਚ ਤਾਂ ਵਰਤਦੇ ਹਨ, ਪਰ ਸੌਦਾ ਉਹਨਾਂ ਕੀ ਕਰਨਾ ਹੋਇਆ। ਉਹਨਾਂ ਦਾ ਨਹਾਉਣ ਹੀ ਹੋ ਜਾਵੇ ਤਾਂ ਬੜਾ ਹੈ। ਮੇਰੇ ਪਿੰਡ ਵਿੱਚ ਪਹਿਲਾਂ ਸੁਲਤਾਨੀਆਂ ਦੇ ਪੀਰ ਚੇਲਿਆਂ ਦੇ ਕਾਫੀ ਘਰ ਸਨ, ਜਿਹੜੇ ਜਥਾ ਬਣਾ ਕੇ ਭਰਾਈ ਦੀ ਜਥੇਦਾਰੀ ਹੇਠਾਂ ਮੁਲਤਾਨ ਨੇੜੇ ਧੌਂਕਲ ਵਾਲੇ ਪੀਰ ਦਾ ਸੰਗ ਕਰਨ ਜਾਂਦੇ ਸਨ। ਹੁਣ ਉਸ ਦੀ ਥਾਂ ਜਗਰਾਉਂ ਵਾਲਾ ਇੱਕ ਹੋਰ ਪੀਰ ਲੱਭ ਗਿਆ। ਸੈਕੂਲਰ ਹੋਣ ਲਈ ਮੁਸਲਮਾਨ ਪੀਰ ਹੀ ਚਾਹੀਦਾ ਸੀ। ਚਲੋ ਕੋਈ ਹੋਇਆ। ਰੌਸ਼ਨੀ ਦੇ ਮੇਲੇ ਤੋਂ 2 ਦਿਨ ਪਹਿਲਾਂ ਪਰ ਜਗਰਾਉਂ ਨੂੰ ਵੀ ਇੱਥੋਂ ਕਾਫੀ ਸੰਗ ਜਾਂਦਾ ਹੈ। ਚਮਾਰਾਂ ਦੇ ਘਰਾਂ ਵਿੱਚ ਜਗਰਾਵਾਂ ਵਾਲੇ ਮੋਕਦੀਨ ਪੀਰ ਤੇ ਉਸ ਦੇ ਚੇਲੇ ਓਨਿਆਂ ਵਾਲੇ ਪੀਰ ਦੀ ਮਿੱਟੀ ਲਿਆ ਕੇ ਬਣਾਈ ਇੱਕ ਨਿੰਮ ਹੇਠਾਂ ਸਮਾਧ ਹੈ, ਜਿੱਥੇ ਸਾਲ ਪਿੱਛੋਂ ਦੀਵਾਲੀ ਦੇ ਦਿਨ 20-20 ਕੋਹ ਤੋਂ ਲੋਕ ਆਉਂਦੇ ਤੇ ਸਾਰੀ ਰਾਤ ਗੀਤ ਤੇ ਭੇਟ ਗਾਉਂਦੇ ਰਹਿੰਦੇ ਹਨ। ਉਸ ਪੀਰ ਦੀ ਸਾਡੇ ਪਿੰਡ ਵਾਲੀ ਗੱਦੀ ਦਾ ਮੁਖੀਆ ਰਾਤ ਨੂੰ ਸਿਰ ਮਾਰ ਕੇ ਖੇਡਦਾ ਹੈ। ਕਹਿੰਦੇ ਨੇ ਉਸ ਦੇ ਮਨ ਵਿੱਚ ਕੋਈ ਖੋਟ ਨੀਅਤ ਰੱਖ ਕੇ ਨਹੀਂ ਬੈਠਣਾ ਚਾਹੀਦਾ, ਨਹੀਂ ਤਾਂ ਪੀਰ ਮਨ ਦੀ ਬੁੱਝ ਲੈਂਦਾ ਹੈ। ਪਿੰਡ ਦੇ ਚੜ੍ਹਦੇ ਪਾਸੇ ਇੱਕ ਸਿੱਧ ਬਾਬੇ ਦੀ ਸਮਾਧ ਹੈ, ਜਿਸ ਨੂੰ ਗਿੱਲ ਗੋਤ ਦੇ ਘਰ ਆਪਣਾ ਵੱਡਾ ਵਡੇਰਾ ਮੰਨਦੇ ਹਨ। ਹਰ ਤਿੱਥ ਤਿਉਹਾਰ ਨੂੰ ਇਹ ਸਮਾਧ ਦੀ ਮੰਨਤ ਹੁੰਦੀ ਹੈ ਤੇ ਚੜ੍ਹਾਵੇ ਚੜ੍ਹਦੇ ਹਨ। ਇਸ ਗੋਤ ਦੇ ਘਰਾਂ ਵਿੱਚ ਜਦੋਂ ਕਿਸੇ ਮੁੰਡੇ ਦਾ ਵਿਆਹ ਹੋਵੇ ਤਾਂ ਇਹ ਸਮਾਧ ਖਾਸ ਰੌਣਕ ਮੇਲੇ ਦਾ ਕੇਂਦਰ ਬਣ ਜਾਂਦੀ ਹੈ। ਨਵੀਂ ਵਿਓਲੀ ਲੈ ਕੇ ਲਾੜਾ, ਨਾਨਕੇ ਦਾਦਕੇ ਮੇਲ ਅਤੇ ਪਿੰਡ ਦੇ ਬਹੂ ਦੇਖਣ ਦੇ ਚਾਅ ਵਾਲੇ ਮੁੰਡੇ ਕੁੜੀਆਂ ਦੇ ਅਲਬੇਲੇ ਜਲੂਸ ਨਾਲ ਇੱਥੇ ਛਟੀਆਂ ਖੇਲਣ ਲਈ ਪੁੱਜਦੇ ਹਨ। ਤੂਤ ਦੀਆਂ ਛਮਕਾਂ ਲੈ ਕੇ ਬਹੂ ਲਾੜੇ ਨੂੰ ਝੰਬਦੀ ਹੈ, ਲਾੜਾ ਬਹੂ ਨੂੰ। ਵਹੁਟੀ ਨੇ ਤਾਂ ਆਪਣੇ ਸਿਰ ਦੇ ਸਾਈਂ ਨੂੰ ਕੀ ਦੁੱਖ ਦੇਣਾ ਹੋਇਆ। ਅੱਗੋਂ ਲਾੜਾ ਵੀ ਦਿਖਾਵੇ ਲਈ ਘੱਗਰੇ ਉੱਤੇ ਦੱਬ ਕੇ ਪੋਲੀਆਂ ਜੀਆਂ ਪਰ ਖੜਾਕ ਖਾਸਾ ਕਰਨ ਵਾਲੀਆਂ ਛਮਕਾਂ ਮਾਰ ਛੱਡਦਾ ਹੈ। ਲਾੜੇ ਨੂੰ, ਮੁੰਡੇ ਤੇ ਵਹੁਟੀ ਨੂੰ ਲਾੜੇ ਦੀਆਂ ਭਰਜਾਈਆਂ ਇੱਕ ਦੂਜੀ ਤੋਂ ਵੱਧ ਚੜ ਕੇ ਤਾਨੇ ਮਾਰਦੀਆਂ ਹਨ। ਇੱਕ ਰਾਤ ਵਿੱਚ ਹੀ ਮੋਹ ਜਾਗ ਪਿਆ ਕੁੜੇ, ਲੈ ਵੇਖ ਕਿਵੇਂ ਪੋਲੀ ਹੱਥੀ ਮਾਰਦਾ ਹੈ। ਦੂਜੀ ਆਖਦੀ ਹੈ, ਅੱਜ ਦਾ ਦਿਨ ਹੀ ਹੈ, ਮਾਰ ਲੈ ਜਿੰਨੀਆਂ ਮਾਰਨੀਆਂ ਨੇ, ਫੇਰ ਤਾਂ ਤੈਨੂੰ ਹੀ ਸਾਰੀ ਉਮਰ ਖਾਣੀਆਂ ਪੈਣਗੀਆਂ। ਦੇਖੋ ਇਹ ਉਹੀ ਪਿੱਤਾ ਏ ਜਿਹੜਾ ਕੁੰਡੀ ਮੈਂ ਦੇ ਸੋਟੀ ਮਾਰ ਕੇ ਗੋਡੀ ਲਵਾ ਦਿੰਦਾ ਸੀ, ਹੁਣ ਬਹੂ ਦੇ ਪੰਗ ਦੀ ਨਹੀਂ ਲੱਗਣ ਦਿੰਦਾ। ਪਤਾ ਨਹੀਂ ਸਾਲੀ ਨੇ ਰਾਤੋਂ ਰਾਤ ਕੀ ਘੋਲ ਕੇ ਪਿਆ ਦਿੱਤਾ। ਮੁੰਡੇ ਇਉਂ ਮਖੌਲ ਉਡਾਉਂਦੇ ਹਨ। ਕਈ ਭਰਜਾਈਆਂ ਇਸ ਵੇਲੇ ਚਾਹ ਕਾਬੂ ਵਿੱਚ ਨਹੀਂ ਰੱਖਦੀਆਂ। ਵਹੁਟੀ ਹੱਥੋਂ ਛਟੀ ਖੋ ਕੇ, ਇਹ ਤੇਥੋਂ ਸੂਤ ਆਉਣ ਵਾਲਾ ਨਹੀਂ, ਮੈਨੂੰ ਦੇ, ਕਹਿ ਕਹਾ ਮਾਰ ਕੇ ਲਾੜੇ ਨੂੰ ਧੁੱਪੇ ਪਈ ਕਪਾਹ ਵਾਂਗ ਝੰਬ ਸੁੱਟਦੀਆਂ ਹਨ। ਵੱਡੇ ਛੋਟੇ ਦੀ ਭਰੋ ਹੈ, ਅੱਜ ਭਾਵੇਂ ਕੁਝ ਕਰ ਲਵੋ, ਤਣੀ ਛੋਹੀ ਤੇ ਕੋਈ ਡਰ ਨਹੀਂ ਹੁੰਦਾ। ਇਹ ਅਖਾਣ ਉਹਨਾਂ ਦੀਆਂ ਮਨ ਆਈਆਂ ਕਰਨ ਦੇ ਬਚਾਅ ਲਈ ਢਾਲ ਹੁੰਦੀ ਹੈ। ਇਸ ਸਿੱਧ ਬਾਬੇ ਦੀ ਸਮਾਧ ਉੱਤੇ ਕਈ ਸੁੱਖਣਾ ਵੀ ਸੁੱਖੀਆਂ ਜਾਂਦੀਆਂ ਹਨ। ਆਖਦੇ ਹਨ ਇੱਕ ਬੁੱਢੀ ਦੇ ਪੁੱਤਰ ਦਾ ਵਿਆਹ ਨਹੀਂ ਸੀ ਹੁੰਦਾ। ਉਹ ਰੋਜ਼ ਸਿੱਧ ਬਾਬੇ ਦੀ ਸਮਾਧ ਉੱਤੇ ਮੂੰਹ ਹਨੇਰੇ ਨੰਗੇ ਪੈਰੀ ਜਾਂਦੀ ਤੇ ਮੰਗਦੀ, ਹੇ ਸਿੱਧ ਬਾਬਾ, ਜੇ ਮੇਰਾ ਪੁੱਤ ਕਿਤੇ ਫਸ ਜਾਵੇ ਤਾਂ ਤੇਰਾ 2.5 ਰੁਪਏ ਦਾ ਕੜਾ ਚੜਾਵਾਂ। ਇੱਕ ਦਿਨ ਕਿਸੇ ਵਕੂਏ ਦੇ ਸਿਲਸਿਲੇ ਵਿੱਚ ਉਸ ਦੇ ਪੁੱਤ ਨੂੰ ਪੁਲਿਸ ਫੜ ਕੇ ਲੈ ਗਈ। ਬੁੜੀ ਨੇ ਸਮਝਿਆ ਸਿੱਧ ਬਾਬੇ ਨੇ ਮੇਰੀ ਸੁਣ ਲਈ ਹੈ, ਪਰ ਮਤਲਬ ਉਲਟ ਸਮਝਿਆ ਹੈ। ਉਹ ਦੂਜੇ ਦਿਨ ਸਮਾਧ ਉੱਤੇ ਫੇਰ ਗਈ। ਸਮਾਧ ਮੁਰੇ ਘਿਆ ਕੇ ਨੱਕ ਘਸਾ ਕੇ ਕਿੰਨਾ ਚਿਰ ਹੀ ਕੂਕਦੀ ਰਹੀ, ਹੇ ਉਲਟੀਆਂ ਸਮਝਣ ਵਾਲਿਆ ਸਿੱਧ ਬਾਬਿਆ, ਮੈਂ ਆਪਣੇ ਪੁੱਤ ਨੂੰ ਜੇਲ੍ਹ ਫਸਾਉਣ ਦੀ ਮੰਗ ਕਾਹਨੂੰ ਮੰਗੀ ਸੀ, ਮੈਂ ਤਾਂ ਪੁੱਤ ਲਈ ਬਹੂ ਮੰਗਦੀ ਸੀ। ਕਹਿੰਦੇ ਕਈ ਸਾਲਾਂ ਪਿੱਛੋਂ ਸਿੱਧ ਬਾਬੇ ਨੇ ਉਸ ਬੁੜੀ ਦੀ ਮਨਸ਼ਾ ਪੂਰੀ ਕੀਤੀ। ਪਿੰਡ ਦੇ ਕਿਸੇ ਘਰ ਦਾ ਨਿੱਕਾ ਮੋਟਾ ਨੁਕਸਾਨ ਹੋ ਜਾਵੇ,
ਪਸ਼ੂ ਰੁੱਧ ਜਾਏ, ਕੋਈ ਜੀ ਚੀਜ਼ ਧਰ ਕੇ ਭੁੱਲ ਜਾਵੇ। ਰੇਖ ਵਿੱਚ ਮੇਖ ਲੱਗ ਰਹੀ ਦੇਖਣ ਦਾ ਇਹ ਨਜ਼ਾਰਾ ਵੀ ਆਪਣੀ ਹੀ ਮਿਸਾਲ ਹੁੰਦਾ ਹੈ। ਜਦੋਂ ਪਾਂਡਾ ਹੱਥ ਦੀਆਂ ਉਲਟੀਆਂ ਮਟਕਾਉਂਦਾ ਹੋਇਆ ਮੇਖ, ਮਿਥਨ, ਕੁੰਭ, ਬ੍ਰਿਸ਼ਚਕ ਅੱਖਾਂ ਜਿਹੀਆਂ ਮੀਚ ਕੇ ਰਾਸ਼ੀਆਂ ਗਿਣਦਾ ਹੈ ਤਾਂ ਪਰੇ ਵਿੱਚ ਸਿਆਣੀ ਕਹਾਉਣ ਵਾਲੀ ਬੁੜੀ ਹੱਥ ਦੇ ਇਸ਼ਾਰੇ ਤੇ ਅੱਖਾਂ ਦੀ ਘੂਰੀ ਨਾਲ ਸਾਰੇ ਸ਼ਾਂਤੀ ਵਰਤਾ ਛੱਡਦੀ ਹੈ। ਬਸ ਔਲੀ ਟਲਣ ਵਾਲੀ ਹੈ। ਵੈਰੀ ਮੰਗਲ ਦੀ ਕਰੋਪੀ ਹੈ। ਬ੍ਰਹਸਪਤ ਸੁੱਤਾ ਪਿਆ ਹੈ। ਸ਼ਨੀ ਚੜਿਆ ਹੋਇਆ ਹੈ। ਗ੍ਰਹਿ ਦਿਸ਼ਾ ਚੰਗੀ ਨਹੀਂ। ਪਾਂਡਾ ਜਦੋਂ ਗ੍ਰਹਿ ਦਸ਼ਾ ਦਾ ਭਿਆਨਕ ਰੰਗ ਬੰਨ੍ਹਦਾ ਹੈ ਤਾਂ ਸਹਿਮ ਨਾਲ ਕੁੰਗੜੀਆਂ ਹੋਈਆਂ ਬੁੜੀਆਂ ਵਿੱਚੋਂ ਹੀ ਕਈ ਬੋਲ ਪੈਂਦੀਆਂ ਹਨ। ਵੇ ਭਾਈ, ਕੋਈ ਉਪਾਅ ਵੀ ਹੋ, ਤੂੰ ਉਹ ਦੱਸ ਛੇਤੀ ਕਰੀਏ। ਤਨ ਦੇ ਕੱਪੜੇ, 10 ਸਿਰ ਕਣਕ, ਜਿਹੋ ਜਿਹੀ ਸਾਮੀ ਹੋਵੇ। ਪੰਡਿਤ ਜੀ ਗ੍ਰਹਿ ਲਾਉਣ ਦਾ ਯਕੀਨ ਦਿਵਾਉਂਦੇ ਪੂਜਾ ਦਾ ਧਾਨ ਲੈ ਕੇ ਤਿੱਤਰ ਹੁੰਦੇ ਹਨ। ਇੱਕ ਵਾਰੀ ਇੱਕ ਪਾਂਡੇ ਨੇ ਗਰਭਵਤੀ ਇਸਤਰੀ ਨੂੰ ਖੂਬ ਫਸਾਇਆ। ਘਰੇ ਭਾਗ ਵਾਲਾ ਜੀ ਆਉਣ ਵਾਲਾ ਹੈ। ਹਰ ਕੱਤੇ ਦੇ ਮਹੀਨੇ ਜੰਮੇ ਬਾਲ ਦਾ ਜੇ ਉਪਾਅ ਨਾ ਹੋਵੇ ਤਾਂ ਘਰ ਦੇ ਮੋਹਰੀ ਖਾਸ ਕਰਕੇ ਪਿਓ ਨੂੰ ਜਿਉਂਦਾ ਨਹੀਂ ਰਹਿਣ ਦਿੰਦਾ। ਇਸ ਮਹੀਨੇ ਜੰਮਿਆ ਪੁੱਤ ਸਿਰ ਦਾ ਸਿਰ ਲੈਂਦਾ ਹੈ। 7-8 ਦਿਨ ਉਹ ਜ਼ਨਾਨੀ ਨੇ ਪਾਂਡੇ ਨੂੰ ਰੱਖ ਕੇ ਟਹਿਲ ਸੇਵਾ ਕੀਤੀ ਤੇ ਜਾਪ ਕਰਾਇਆ। ਜਾਣ ਵੇਲੇ ਸਾਰੇ ਟੱਬਰ ਦੇ ਲੀੜੇ ਤੇ ਇੱਕ ਖੋਤੇ ਦਾ ਲੱਦ ਦਾਲ ਦਾਣੇ ਦਾ ਦਿੱਤਾ। ਜਾਂਦੇ ਹੋਏ ਪੰਡਿਤ ਜੀ ਗਵਾਂਢਣ ਨੂੰ ਆਖ ਕੇ ਗਏ, ਇਸ ਦੇ ਜੰਮਣੀ ਕੁੜੀ ਹੈ, ਪਰ ਝੂਠ ਕਹਾਂ ਤਾਂ ਜੱਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ ਏ। ਇਸ ਲਈ ਇਸ ਨੂੰ ਅਸੀਂ ਮੁੰਡਾ ਹੀ ਹੋਣਾ ਦੱਸਿਆ ਹੈ। ਅਸਲ ਵਿੱਚ ਪੰਡਿਤ ਜੀ ਦੀ ਇਹ ਚਾਲ ਸੀ, ਜੇ ਕੁੜੀ ਜੰਮੀ ਤਾਂ ਗਵਾਂਢਣ ਆਖਣ ਲੱਗ ਜਾਵੇਗੀ, ਮੈਨੂੰ ਤਾਂ ਉਸੇ ਦਿਨ ਪੰਡਿਤ ਜੀ ਦੀ ਗੱਲ ਸੱਚ ਲੱਗੀ। ਮੈਨੂੰ ਤਾਂ ਉਸੇ ਦਿਨ ਪੰਡਿਤ ਜੀ ਸੱਚੀ ਗੱਲ ਦੱਸ ਗਏ ਸੀ। ਜੇ ਮੁੰਡਾ ਹੋਇਆ ਤਾਂ ਪੌਂ 12 ਹੈ ਨਹੀਂ। ਨਵੀਆਂ ਬੂਹਾਂ ਨੂੰ ਇੱਲ ਬੁਲਾ ਤੇ ਕਚੀਲਾਂ ਤੋਂ ਬਚਾਉਣ ਲਈ ਚਿੱਟੇ ਤੇ ਲਾਲ ਤਾਂਬੇ ਦੇ, ਕਦੇ-ਕਦੇ ਚਾਂਦੀ ਸੋਨੇ ਦੇ ਤਵੀਤ ਮੜਾਏ ਜਾਂਦੇ ਹਨ। ਕਈਆਂ ਦੇ ਸ਼ੇਰ ਦੀਆਂ ਨੌਂਦਰਾਂ ਮੜਵਾ ਕੇ ਗਲਾਂ ਵਿੱਚ ਪਾਈਆਂ ਜਾਂਦੀਆਂ ਹਨ। ਇਸ ਕੰਮ ਲਈ ਪਹਿਲਾਂ ਹੀ ਕੋਈ ਨਾ ਕੋਈ ਸਿਆਣਾ ਮੁਕੱਰਰ ਕੀਤਾ ਹੁੰਦਾ ਹੈ। ਜੇ ਕੋਈ ਬੱਚਾ 8ਵੇਂ ਦਿਨ ਮਹੀਨੇ ਦੇ 8ਵੇਂ ਵਰ੍ਹੇ ਰੱਬ ਸਬੱਬੀ ਮਰ ਜਾਵੇ ਤਾਂ ਝੱਟ 18 ਹੋ ਗਿਆ ਦਾ ਗੋਗਾ ਫੈਲ ਜਾਂਦਾ ਹੈ। ਉਸ ਵੇਲੇ ਦੂਰ ਨੇੜੇ ਤੋਂ ਭੂਤ ਪ੍ਰੇਤ ਧਾਗੇ ਤਵੀਤ ਵਾਲੇ ਸਿਆਣੇ ਢੋ ਦਿੱਤੇ ਜਾਂਦੇ ਹਨ। ਪਿੰਡ ਵਿੱਚ ਡੰਗਰਾਂ ਨੂੰ ਕੋਈ ਬਿਮਾਰੀ ਪੈ ਜਾਵੇ ਤਾਂ ਇੱਕ ਆਦਮੀ ਨੰਗੇ ਪੈਰੀ ਮਲੇਰਕੋਟਲੇ ਜਾਂਦਾ ਹੈ। ਉੱਥੋਂ ਤਵੀਤ ਕਰਾ ਕੇ ਨਿਰਣੇ ਕਾਲਜੇ ਹੀ ਵਾਪਸ ਆਉਂਦਾ ਹੈ। ਉਸ ਤਵੀਤ ਦੀ ਇੱਕ ਪਰਚੀ ਕੋਰੀ ਠੁੱਠੀ ਵਿੱਚ ਗੂੰਦ ਨਾਲ ਚਿਪਕਾ ਕੇ ਮੁੰਜ ਦੀ ਰੱਸੀ ਨਾਲ ਦਰਵਾਜ਼ੇ ਮੂਹਰੇ ਬੰਨ੍ਹ ਦਿੱਤੀ ਜਾਂਦੀ ਹੈ। ਦੂਜੀ ਪੁੜੀ ਇੱਕ ਕੜਾਹੇ ਦੇ ਪਾਣੀ ਵਿੱਚ ਘੋਲ ਕੇ ਟੂਣੇ ਦਾ ਪਾਣੀ ਤਿਆਰ ਕੀਤਾ ਜਾਂਦਾ ਹੈ। ਸਵੇਰੇ ਹੀ ਪਿੰਡ ਦੇ ਪਸ਼ੂ ਪਾਣੀ ਦੇ ਕੜਾਹਿਆਂ ਕੋਲ ਦੀ ਉਸ ਠੁੱਠੀ ਹੇਠਾਂ ਦੀ ਲੰਘਾ ਕੇ ਪਾਣੀ ਦੇ ਛਿੱਟਿਆਂ ਨਾਲ ਪਵਿੱਤਰ ਕੀਤੇ ਜਾਂਦੇ ਹਨ। ਇਸ ਦਿਨ ਪਿੰਡ ਦੇ ਕਿਸੇ ਚੁੱਲ੍ਹੇ ਅੱਗ ਨਹੀਂ ਬਾਲੀ ਜਾਂਦੀ ਤੇ ਪਸ਼ੂਆਂ ਦਾ ਗੋਹਾ ਦਰਵਾਜ਼ੇ ਮੂਹਰੇ ਸੁੱਟਿਆ ਜਾਂਦਾ ਹੈ। ਰੁਪਈਆ ਘਰ ਪਰਤੀ ਉਘਰਾ ਕੇ ਗੁੜ ਤੇ ਚੌਲਾਂ ਦਾ ਜੱਗ ਕੀਤਾ ਜਾਂਦਾ ਹੈ, ਜਿਸ ਨੂੰ ਸਭ ਲੋਕ ਪੰਗਤਾਂ ਲਾ ਕੇ ਖਾਂਦੇ ਹਨ। ਬੁੱਧਵਾਰ ਦੇ ਦਿਨ ਪਿੱਪਲ ਨੂੰ ਪਾਣੀ ਦੇ ਕੇ ਗਾਂ ਨੂੰ ਪਿੰਨੀਆਂ ਚਾਰਨੀਆਂ। ਵੱਗ ਖੜਾਉਣ ਵਾਲੀ ਥਾਂ ਪਸ਼ੂਆਂ ਦੇ ਚੱਟਣ ਲਈ ਲੂਣ ਦਾ ਵੱਡਾ ਸਾਰਾ ਡਲਾ ਰੱਖਣਾ ਮਹਾਨ ਪੁੰਨ ਸਮਝੇ ਜਾਂਦੇ ਹਨ। ਅੱਜ ਕੱਲ੍ਹ ਖਿਊੜੇ ਦੀ ਕਾਨ ਦਾ ਲੂਣ ਪਾਕਿਸਤਾਨ ਵਿੱਚੋਂ ਲਿਆਉਣ ਦਾ ਪ੍ਰਬੰਧ ਨਾ ਹੋਣ ਕਾਰਨ ਹਿੰਦੂਆਂ ਦੀਆਂ ਸਾਰੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਦੇ ਦਾਅਵੇਦਾਰ ਸਰਕਾਰ ਹਿੰਦ ਤੇ ਪਾਕਿਸਤਾਨ ਦੀ ਮਜ਼ਹਬੀ ਆਧਾਰ ਬਣੀ ਸਰਕਾਰ ਨੂੰ ਕੌਣ ਦੱਸੇ ਕਿ ਮੇਰੇ ਪਿੰਡ ਦੇ ਗਊਆਂ ਦੇ ਵੱਗ ਨੂੰ ਲੂਣ ਦਾ ਡਲਾ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਪੂਰਤੀ ਹੁਣ ਕਿਸੇ ਗੋਲ ਮੇਜ਼ ਕਾਨਫਰੰਸਾਂ ਬਿਨਾਂ ਸੰਭਵ ਨਹੀਂ। ਮੀਂਹ ਨਾ ਪੈਂਦਾ ਹੋਵੇ, ਔੜ ਲੱਗੀ ਹੋਵੇ ਤਾਂ ਜੀ ਪ੍ਰਤੀ ਉਗਰਾਹੀ ਕਰਕੇ ਪੁੰਨ ਦਾਨ
ਪਾਠ ਤੇ ਯੱਗ ਕੀਤਾ ਜਾਂਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਚੌਲ ਖਵਾ ਕੇ ਲੋਕ ਕਹਿੰਦੇ ਹਨ, ਰੱਬ ਕੋਲੋਂ ਮੀਂਹ ਮੰਗੋ। ਜਦੋਂ ਨਿੱਕੇ ਬੱਚਿਆਂ ਦੀਆਂ ਟੋਲੀਆਂ ਕਾਲੇ ਰੋੜ ਪੀਲੇ ਰੋੜ, ਹਾੜੇ ਰੱਬਾ ਵੱਟਾਂ ਤੋੜ, ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ। ਬਾਲ ਟੋਲੀਆਂ ਟੱਪੇ ਗਾਉਂਦੇ ਹਨ। ਚੌਲਾਂ ਨਾਲ ਰੱਜੇ ਹੋਏ ਕੁੱਤੇ ਅਸਮਾਨ ਵੱਲ ਨੂੰ ਮੂੰਹ ਕਰਕੇ ਚਿੰਗਾਰਦੇ ਤੇ ਕਿਲਕਾਰਦੇ ਹਨ। ਉਦੋਂ ਸਮਝਿਆ ਜਾਂਦਾ ਹੈ ਕਿ ਇਹਨਾਂ ਮਾਸੂਮਾਂ ਦੀ, ਖਾਸ ਕਰਕੇ ਕੁੱਤੇ ਦੀ ਆਵਾਜ਼ ਸੱਤ ਅਸਮਾਨ ਚੀਰ ਕੇ ਉੱਪਰ ਬੈਠੇ ਰੱਬ ਕੋਲ ਪਹੁੰਚ ਗਈ ਹੈ। ਅਖੇ ਹੁਣ ਜ਼ਰੂਰ ਛੇਤੀ ਹੀ ਮੀਂਹ ਵਰੇਗਾ। ਆਪਣੇ ਸਿਰ ਉੱਤੇ ਡਿੱਗੇ ਕਿਸੇ ਆਤਮਾ ਦੇ ਭਾਰ ਨੂੰ ਲਾਹੁਣ ਲਈ, ਚੰਗੇ ਕਾਜ ਨੂੰ ਸ਼ੁਰੂ ਕਰਨ ਤੋਂ ਨਿਰਵਿਘਨ ਤੋੜ ਚੜਾਉਣ ਦੀ ਭਾਵਨਾ ਪੂਰੀ ਕਰਨ ਵਾਸਤੇ ਕੰਜਕਾਂ ਖਵਾਈਆਂ ਜਾਂਦੀਆਂ ਹਨ। ਨਿੱਕੀਆਂ ਨਿੱਕੀਆਂ ਕੁਆਰੀਆਂ ਕੁੜੀਆਂ ਨੂੰ ਬੀਹੀ ਵਿਹੜੇ ਤੋਂ ਇਕੱਠੀਆਂ ਕਰਕੇ ਗੁਲਗੁਲੇ, ਮਾਲ ਪੂੜੇ, ਖੀਰ ਖਵਾ ਕੇ ਸਮਝਿਆ ਜਾਂਦਾ ਹੈ ਕਿ ਇਹ ਗੱਲ ਸ਼ੁਭ ਸਰੂਪ ਧਾਰਨ ਕਰੇਗੀ। ਜਿਸ ਬਹੂ ਦੇ ਬੱਚਾ ਨਾ ਹੁੰਦਾ ਹੋਵੇ, ਸਵੇਰੇ ਸਵੇਰੇ ਸੱਸ ਉਸ ਨੂੰ ਨਾਲ ਲੈ ਕੇ ਪਿੱਪਲ ਪੂਜਾ ਕਰਾਉਂਦੀ ਹੈ। ਸੂਰਜ ਚੜ੍ਹਦੇ ਦੇ ਨਾਲ ਪਿੱਪਲ ਦੀਆਂ ਪਰਿਕਰਮਾ ਕਰਕੇ ਗੜਵੀ ਜਲਦੀ ਸੂਰਜ ਵੱਲ ਮੂੰਹ ਕਰਕੇ ਪਿੱਪਲ ਦੀਆਂ ਜੜ੍ਹਾਂ ਵਿੱਚ ਪਾ ਦਿੱਤੀ ਜਾਂਦੀ ਹੈ। ਕਈ ਭੈਣਾਂ ਆਪਣੇ ਬੇਔਲਾਦੇ ਭਾਈਆਂ ਲਈ ਇਹ ਸਾਧਨਾ ਕਰਦੀਆਂ ਹਨ, ਜਿਵੇਂ ਇੱਕ ਗੀਤ ਦਾ ਟੱਪਾ ਹੈ, ਨਿਤ ਬਰਮੇ ਜਲ ਪਾਵਾਂ ਵੇ ਵੀਰਾ ਤੇਰੀ ਜੜ ਲੱਗ ਜਾਏ। ਪਿੱਪਲ ਦੇ ਬਰਮੇ ਦਾ ਸਰੂਪ, ਪਿੱਪਲ ਨੂੰ ਬਰਮੇ ਦਾ ਸਰੂਪ ਮੰਨਿਆ ਜਾਂਦਾ ਹੈ। ਦੇਵਤਿਆਂ ਵਿੱਚ ਬਰਮਾ ਬਾਰੇ ਧਾਰਨਾ ਹੈ ਕਿ ਇਹ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸਾਰੀ ਸ੍ਰਿਸ਼ਟੀ ਬਣਾਉਂਦਾ ਹੈ। ਜੇ ਕਿਸੇ ਦਿਨ ਖੁਸ਼ ਹੋ ਕੇ ਕਿਧਰੋਂ ਬਚੀ ਕੁਚੀ ਮਿੱਟੀ ਦਾ ਇੱਕ ਛੋਟਾ ਜਿਹਾ ਪੁੱਤ ਆਪਣੇ ਭਗਤਾਂ ਲਈ ਬਣਾ ਦੇਵੇ ਤਾਂ ਉਸਦੇ ਘਰ ਕੀ ਤੋਟਾ ਵਾਪਰ ਜਾਣਾ ਹੈ। ਉਹ ਜ਼ਰੂਰ ਸਭ ਦੀਆਂ ਪੌਣੀਆਂ ਪੂਰੀਆਂ ਕਰਦਾ ਹੈ। ਇਹ ਬਰਮਾ ਦੇ ਵਿਰਾਟ ਸਰੂਪ ਪਿੱਪਲ ਵਾਲਾ ਹੈ, ਲੋਕਾਂ ਦਾ ਪੱਕਾ ਨਿਸ਼ਚਾ ਹੈ। ਚੰਦ ਸੂਰਜ ਦੇ ਗ੍ਰਹਿਣ ਵਾਲੇ ਫਟੇ ਪੁਰਾਣੇ ਕੱਪੜੇ ਸੈਂਸੀਆਂ ਗਾਂਧਲਿਆਂ ਨੂੰ ਦੇਣੇ, ਮਰੇ ਜੀ ਨਿਮਿਤ ਸਾਰੇ ਵੰਡਣੇ, ਸ਼ਰਾਧਾਂ ਵਿੱਚ ਪੰਡਤ ਨੂੰ ਤੇ ਦਸਵੀਂ ਨੂੰ ਗੁਰਦੁਆਰੇ ਦੇ ਭਾਈ ਨੂੰ, ਜੁਮੇ ਰਾਤ ਨੂੰ ਸਾਈਂ ਨੂੰ ਖੀਰ ਖਵਾਉਣੀ ਵੱਡੇ ਧਰਮ ਕਰਮ ਮੰਨੇ ਜਾਂਦੇ ਹਨ। ਇੰਨੇ ਪੀਰਾਂ ਫਕੀਰਾਂ ਦੀ ਮਨੌਤ ਕਰਦਿਆਂ ਵੀ ਜੇ ਚੰਗੇ ਦਿਨ ਨਾ ਆਉਣ, ਫੇਰ ਤਾਂ ਮੱਥੇ ਦੀ ਰੇਖਾ ਕੌਣ ਧੋ ਸਕਦਾ ਹੈ। ਇਹ ਮੇਰੇ ਪਿੰਡ ਦੇ ਲੋਕਾਂ ਦਾ ਵੱਡਾ ਯਕੀਨ ਤੇ ਵਿਸ਼ਵਾਸ ਹੈ। ਧੰਨਵਾਦ।